सत श्री अकाल जी। साडा रेडियो ते सारिਆਂ ਦਾ स्वागत है। खबरां लैके ਅਸੀਂ हर रोज की तरह हाजिर ਹਾਂ। मैं हाँ हरमनप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਸਰ ਸਭ ਤੋਂ ਪਹਿਲਾਂ ਤਾਂ ਉਸ ਮੁੱਦੇ ਦੀ ਗੱਲ ਕਰਦੇ ਹਾਂ ਜੀ ਕਿ ਇਸ ਮੁੱਦੇ ਵੱਲ ਸਾਰਿਆਂ ਦਾ ਇਸ ਵੇਲੇ ਖਿਆਲ ਹੈ, ਜਿਹਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ। ਕਹਿੰਦੇ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ MLA ਹੈ ਉਹਨਾਂ ਦੇ ਵੱਲੋਂ SSP ਨੂੰ ਸ਼ਰੇਆਮ ਧਮਕੀ ਦਿੱਤੀ ਗਈ ਹੈ ਜੀ। ਦੇਖੋ ਜੀ, ਗੱਲ ਇਹ ਹੈ ਕਿ ਖਡੂਰ ਸਾਹਿਬ ਦੇ ਵਿਧਾਇਕ ਦਾ ਨਾਂ ਹੈਗਾ ਜੀ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਨਾਂ ਦੇ ਵੱਲੋਂ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਇੱਕ ਵਾਰੀ ਇਹੀ ਗੱਲ ਕਹੀ ਗਈ ਸੀ। ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ ਕਿ ਜੇਕਰ SSP ਇਮਾਨਦਾਰ ਹੋਵੇ ਤਾਂ ਜ਼ਿਲ੍ਹੇ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਪੈਸੇ ਲੈ ਕੇ ਕੰਮ ਕਰੇ। ਕੋਈ ਪੁਲਿਸ ਮੁਲਾਜ਼ਮ ਪੈਸੇ ਲੈ ਹੀ ਨਹੀਂ ਸਕਦਾ। ਉਹਨੇ ਇਹ ਗੱਲ ਕਹੀ ਸੀ ਕਿ ਅਸੀਂ ਕੇਜਰੀਵਾਲ ਸਾਹਿਬ ਦੇ ਸੱਚੇ ਸਿਪਾਹੀ ਹਾਂ ਤੇ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ। ਪਰ ਇਹ ਗੱਲ ਸੱਚੀ ਹੈ ਕਿ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਰਿਸ਼ਵਤਖੋਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਉਦੋਂ ਇਹ ਲੱਗਾ ਸੀ ਕਿ ਭਾਈ ਇਹਨਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਇੱਕ ਹਿੱਸੇ ਤੋਂ ਤੇ ਬਾਕੀ ਵੱਖ-ਵੱਖ ਮੁਲਾਜ਼ਮਾਂ ਦੇ ਵਿੱਚ ਵੱਲੋਂ ਜਿਹੜੀ ਆ ਉਹ ਲਈ ਜਾਂਦੀ ਹੈ ਰਿਸ਼ਵਤ, ਤੇ ਉਹਦੇ ਤੋਂ ਕਾਫੀ ਤੰਗੀ ਕਹਿ ਲਈਏ ਜਾਂ ਕਾਫੀ ਪਰੇਸ਼ਾਨੀ ਕਹਿ ਲਈਏ ਜਾਂ ਇਹ ਕਾਫੀ ਸੱਚਾਈ ਦੇ ਨੇੜੇ ਦੀ ਗੱਲ ਇਹ ਕਹਿ ਲਈਏ। ਪਰ ਹੁਣ ਜਦੋਂ ਉਹਨਾਂ ਨੇ ਮੋਰਚਾ ਖੋਲ੍ਹਿਆ SSP ਦੇ ਖਿਲਾਫ ਤਾਂ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਖਬਰ ਆ ਗਈ ਹੈ। ਅਸਲ ਦੇ ਵਿੱਚ ਪਤਾ ਇਹ ਲੱਗਾ ਵੀ ਇਹਨਾਂ ਦੇ ਇੱਕ ਨੇੜਲੇ ਰਿਸ਼ਤੇਦਾਰ ਨੂੰ ਪੁਲਿਸ ਨੇ ਚੱਕਿਆ ਹੈਗਾ, ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਸ਼ਾਇਦ ਉਹ ਇਹਨਾਂ ਦਾ ਸਾਲਾ ਸ਼ਾਇਦ, ਤੇ ਉਸ ਤੋਂ ਅਗਲੀ ਗੱਲ ਇਹ ਵੀ ਮਾਈਨਿੰਗ ਦੇ ਮਾਮਲੇ ਦੇ ਵਿੱਚ ਸ਼ਾਇਦ ਗ੍ਰਿਫਤਾਰ ਕੀਤਾ ਗਿਆ ਤੇ ਵਿਧਾਇਕ ਦੇ ਵੱਲੋਂ ਇੱਕ ਬਹੁਤ ਲੰਬੀ ਚੌੜੀ ਪੋਸਟ ਪਾ ਕੇ ਤੇ ਚੁਣੌਤੀ ਦਿੱਤੀ ਗਈ ਹੈ SSP ਨੂੰ। SSP ਦੇ ਬਾਰੇ ਉਹਨੇ ਫੇਸਬੁੱਕ ਦੀ ਪੋਸਟ ਦੇ ਉੱਤੇ ਉਹ ਗੱਲਾਂ ਲਿਖੀਆਂ ਜਿਵੇਂ ਕਿ ਆਪਾਂ ਆਮ ਕੋਈ ਬੜਕ ਮਾਰ ਦਿੰਦੇ ਆ ਜਾਂ ਕੋਈ ਆਮ ਦੋ ਬੰਦੇ ਆਪਸ ਦੇ ਵਿੱਚ ਲੜਦੇ ਲਿਖ ਦਿੰਦੇ ਆ। ਇਹਦੇ ਵਿੱਚ ਵਿਧਾਇਕ ਸਾਹਿਬ ਨੇ ਗੱਲ ਕਹੀ ਆ ਕਿ SSP ਮੈਂ ਤਾਂ ਤੈਨੂੰ ਸਿਰੇ ਦਾ ਚੋਰ ਸਮਝਦਾ ਸੀ, ਪਰ ਤੂੰ ਤਾਂ ਕਾਇਰ ਵੀ ਨਿਕਲਿਆ। ਤੂੰ ਮੇਰੇ ਰਿਸ਼ਤੇਦਾਰ ਨੂੰ ਚੱਕਿਆ ਤੇ ਤੂੰ ਉਹਦੇ ਕੋਲੇ ਆਹ ਵੀ ਗੱਲ ਕਹੀ, ਤੂੰ ਉਹਦੇ ਕੋਲੇ ਆਹ ਵੀ ਗੱਲ ਕਹੀ ਵੀ MLA ਨੂੰ ਜੇਕਰ ਫਸਾਉਣਾ ਹੋਵੇ ਤਾਂ ਫਿਰ ਆਹ ਗੱਲ ਕਰਨੀ ਚਾਹੀਦੀ ਆ। ਤੇ ਐਂਡ ਦੇ ਉੱਤੇ ਉਹਨੇ ਇਹ ਗੱਲ ਕਹੀ ਆ ਵੀ ਤੂੰ ਆਪਣੀ SSP ਵਾਲੀ ਕੁਰਸੀ ਇੱਕ ਪਾਸੇ ਛੱਡ ਤੇ ਮੈਂ ਆਪਣੀ ਵਿਧਾਇਕ ਵਾਲੀ ਕੁਰਸੀ ਛੱਡਦਾ ਤੇ ਫਿਰ ਦੇਖਦੇ ਆ ਵੀ ਬਣਦਾ ਕੀ ਆ। ਫਿਰ ਉਹਨੇ ਇਹ ਵੀ ਗੱਲ ਕਹੀ ਆ ਤੂੰ ਜ਼ੋਰ ਜਿਹੜਾ ਲਾਉਣਾ ਲਾ ਲਾ ਤੇ ਤੈਨੂੰ ਦੱਸਦੇ ਆ ਵੀ ਛੇਤੀ ਛੇਤੀ ਉਡੀਕ ਕਰ, ਤੇਰਾ ਵੀ ਕੀ ਬਣਦਾ। ਸੋ ਇਸ ਤਰੀਕੇ ਦੀਆਂ ਉਹਨੇ ਗੱਲਾਂ ਫੇਸਬੁੱਕ ਦੀ ਪੋਸਟ ਦੇ ਰਾਹੀਂ ਕੀਤੀਆਂ। ਹੁਣ ਵਿਰੋਧੀਆਂ ਦੇ ਕੋਲੇ ਮੌਕਾ ਆ ਗਿਆ। ਉਹ ਕਹਿੰਦੇ ਦੇਖੋ ਜੀ, ਜੇ ਤਾਂ ਕਿਸੇ ਹੋਰ ਨੇ ਗੱਲ ਕਹੀ ਹੁੰਦੀ, ਕਾਂਗਰਸੀ ਨੇ ਕਹੀ ਹੁੰਦੀ, ਤੁਸੀਂ ਕਹਿਣਾ ਸੀ ਸ਼ਰੀਕਾ ਮਚਦੇ ਆ। ਜੇ ਅਕਾਲੀ ਨੇ ਕਹੀ ਹੁੰਦੀ ਤੁਸੀਂ ਕਹਿੰਦੇ ਭੁੱਜਦੇ ਆ। ਤੁਸੀਂ ਕਿਸੇ ਨੇ BJP ਨੇ ਕਹੀ ਹੁੰਦੀ ਤਾਂ ਵੀ ਤੁਸੀਂ ਕਹਿਣਾ ਸੀ ਵੀ ਤਾਂ ਸਾੜਾ ਕਰਦੇ ਆ। ਪਰ ਹੁਣ ਤਾਂ ਤੁਹਾਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵੱਲੋਂ ਹੀ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਸਵਾਲ ਕੀਤੇ ਜਾ ਰਹੇ ਆ ਵੀ SSP ਪੈਸੇ ਲੈਂਦਾ, SSP ਹੈ ਜਿਹੜਾ ਉਹਦੀ ਨੱਕ ਦੇ ਥੱਲੇ ਭ੍ਰਿਸ਼ਟਾਚਾਰ ਹੁੰਦਾ। ਕਦੇ ਕੋਈ ਵਿਧਾਇਕ ਸਾਹਿਬ ਇਹ ਗੱਲ ਕਹਿੰਦੇ ਕਿ ਬੇਅਦਬੀ ਦੇ ਮਾਮਲੇ 'ਚ ਇਨਸਾਫ ਨਹੀਂ ਮਿਲ ਸਕਿਆ। ਕਦੇ ਕੋਈ ਆਉਂਦੀ ਇਹ ਖਬਰ ਕਿ ਭਾਈ ਸਕੂਲ ਆਫ ਐਮੀਨੈਂਸ 0 ਆ। ਸੋ ਮਤਲਬ ਇਹ ਆ, ਉਹਨਾਂ ਨੇ ਕਿਹਾ ਵੀ ਇਸ ਵੇਲੇ ਤੁਹਾਡੀ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਹੈ, ਤੁਹਾਡੀ ਪਾਰਟੀ ਦੇ ਵਿੱਚ ਜਿਸ ਤਰੀਕੇ ਦੇ ਖਿਲਾਰੇ ਪੈ ਰਹੇ ਆ, ਤੇ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਸਭ ਨੂੰ ਸਭ ਕੁਝ ਪਤਾ ਲੱਗ ਜਾਣਾ। ਸੋ ਮਤਲਬ ਕਹਿਣ ਦਾ ਇਹ ਆ ਵੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ, ਖਡੂਰ ਸਾਹਿਬ ਦੇ ਵਿਧਾਇਕ ਦੇ ਵੱਲੋਂ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਗਿਆ। ਜਿਹੜੇ ਉਹਨਾਂ ਨੇ ਦੋਸ਼ ਲਾਏ ਆ, ਜਿਹੜੀ ਉਹਨਾਂ ਨੇ ਧਮਕੀ ਦਿੱਤੀ ਆ ਆਪਣੇ ਜ਼ਿਲ੍ਹੇ ਤਰਨਤਾਰਨ ਦੇ SSP ਨੂੰ। ਸੋ SSP ਨੇ ਇਹ ਗੱਲ ਕਹੀ ਆ ਕਿ ਮੈਂ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਨੀ। ਉਹਨਾਂ ਨੇ ਇਹ ਗੱਲ ਕਹੀ ਆ ਮੇਰੇ ਸੀਨੀਅਰ ਅਧਿਕਾਰੀ ਇਸ ਮਾਮਲੇ ਤੇ ਗੱਲਬਾਤ ਕਰਨਗੇ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ। ਸੋ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ। ਸੋ ਬਾਕੀ ਦੇਖਦੇ ਹਾਂ ਕੀ ਬਣਦਾ, ਕਦੋਂ ਬਣਦਾ, ਕਿਵੇਂ ਬਣਦਾ, ਸਮੇਂ ਨੇ ਸਾਰਾ ਕੁਝ ਬਿਆਨ ਕਰਨਾ। ਪਰ ਇੱਕ ਤਾਜ਼ਾ ਬ੍ਰੇਕਿੰਗ ਨਿਊਜ਼ ਆ ਜਿਹੜੀ ਉਹ ਹੁਣੇ ਸਾਹਮਣੇ ਆਈ ਆ ਕਿ ਜਲਾਲਾਬਾਦ ਦੀ ਪੁਲਿਸ ਨੇ ਚੰਡੀਗੜ੍ਹ ਰਿਹਾਇਸ਼ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ। ਇਹ ਕਿਹੜੇ ਵਿਸ਼ੇ ਦੇ ਉੱਤੇ ਕੀਤਾ, ਇਹਦੇ ਬਾਰੇ ਵੀ ਜਾਣਕਾਰੀ ਹੌਲੀ ਹੌਲੀ ਆ ਜਾਣੀ ਹੈ ਸਾਹਮਣੇ ਕੁਝ ਕੁ ਮਿੰਟਾਂ ਤੱਕ। ਪਰ ਇਹ ਜਾਣਕਾਰੀ ਪ੍ਰਾਪਤ ਹੋ ਗਈ ਹੈ ਵੀ ਜਲਾਲਾਬਾਦ ਦੀ ਪੁਲਿਸ ਨੇ ਚੰਡੀਗੜ੍ਹ ਰਿਹਾਇਸ਼ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਜੀ। ਤੇ ਟੈਣਾ ਸਾਹਿਬ, ਪੁਲਿਸ ਨਾਲ ਜੁੜੀਆਂ ਹੋਈਆਂ ਵੈਸੇ ਬਹੁਤ ਸਾਰੀਆਂ ਖਬਰਾਂ ਅੱਜ ਕੱਲ੍ਹ ਸਾਹਮਣੇ ਆ ਰਹੀਆਂ ਨੇ। ਪੁਲਿਸ ਸੁਰਖੀਆਂ ਦੇ ਵਿੱਚ ਆ, ਉਧਰ ਦੂਸਰੇ ਬੰਨੇ ਜੇਲ੍ਹ ਦੇ ਵਿੱਚ ਨਸ਼ੇ ਦੀ ਸ਼ਰੇਆਮ ਜਿਹੜੀ ਸਪਲਾਈ ਹੋਈ ਆ ਉਹਨੂੰ ਲੈ ਕੇ 6 ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ। ਹਾਂ ਬਿਲਕੁਲ ਜੀ, ਬਿਲਕੁਲ। ਗੱਲ ਇਹ ਆ ਵੀ ਇਹ ਅਸਲ ਦੇ ਵਿੱਚ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਅੱਜ ਪੁਲਿਸ ਦਾ ਇੱਕ ਹਿੱਸਾ ਗੁੰਡਾਗਰਦੀ ਦੇ ਉੱਤੇ ਉਤਰਿਆ, ਜਿਸ ਤਰੀਕੇ ਨਾਲ ਪੁਲਿਸ ਦਾ ਇੱਕ ਹਿੱਸਾ ਬਦਮਾਸ਼ੀਆਂ ਕਰ ਰਿਹਾ,
ਤੇ ਉਹਦੇ ਤੋਂ ਬਾਅਦ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ। ਮੈਂ ਤਾਂ ਸੋਚਦਾ ਵੀ ਇਸ ਤੋਂ ਵੀ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਮਾਨਸਾ ਦੀ ਜੇਲ੍ਹ ਦੇ ਨਾਲ ਸੰਬੰਧਿਤ 2 ਸੁਪਰਡੈਂਟ ਤੇ ਬਾਕੀ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਪਤਾ ਇਹ ਲੱਗਾ ਜੀ ਕਿ ਇਹਨਾਂ ਦੇ ਉੱਤੇ ਨਸ਼ੇ ਦੇ ਮਾਮਲੇ ਦੇ ਦੋਸ਼ ਸੀਗੇ। ਪਤਾ ਇਹ ਲੱਗਾ ਜੀ ਕਿ ਇਹਨਾਂ ਦੇ ਉੱਤੇ ਅਨੈਤਿਕ ਕੰਮਕਾਜ ਕਰਨ ਦੇ ਦੋਸ਼ ਲੱਗੇ ਸੀਗੇ, ਜਿਹਦੇ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਤੇ ਇਹ ਵੀ ਜਾਣਕਾਰੀ ਮਿਲੀ ਹੈ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਕੁਝ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਅੰਦਰ ਇਹ ਨਸ਼ਾ ਪਹੁੰਚਾਉਂਦੇ ਆ, ਕਿਵੇਂ ਇਹ ਪੈਸੇ ਟਕੇ ਦਾ ਕੰਮ ਕਰਦੇ ਆ, ਕਿਸ ਤਰੀਕੇ ਦੇ ਨਾਲ ਮਨਾਹੀਆਂ ਕਰਦੇ ਆ, ਉਹਨਾਂ ਦੇ ਵੱਲੋਂ ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਸੋ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੀ ਕੁਝ ਚੱਲਦਾ ਤੇ ਕਿਵੇਂ ਕਿਵੇਂ ਚੱਲਦਾ, ਮੇਰਾ ਨਹੀਂ ਖਿਆਲ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਹੈ, ਕਿਉਂਕਿ ਸਾਰੇ ਸਾਰਾ ਕੁਝ ਜਾਣਦੇ ਆ। ਪਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜੋ ਜੋ ਕੁਝ ਵੀ ਚੱਲਦਾ ਉਹ ਸਾਰਾ ਕੁਝ ਰੁਕਣਾ ਚਾਹੀਦਾ, ਕਿਉਂਕਿ ਕਦੇ ਮੋਬਾਈਲ ਮਿਲ ਜਾਂਦੇ ਆ, ਕਦੇ ਨਸ਼ੇ ਮਿਲ ਜਾਂਦੇ ਆ, ਕਦੇ ਗੈਂਗਵਾਰ ਹੋ ਜਾਂਦੀ ਆ, ਕਦੇ ਕੁਛ ਹੋ ਜਾਂਦਾ, ਕਦੇ ਕੁਛ ਹੋ ਜਾਂਦਾ। ਇਹਨਾਂ ਖਬਰਾਂ ਨੂੰ ਪੜ੍ਹ ਕੇ ਕਦੇ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਵੀ ਪੰਜਾਬ ਦੀਆਂ ਜੇਲ੍ਹਾਂ ਨੂੰ 1% ਵੀ ਸੁਧਾਰ ਕਰ ਕਹਿਣਾ ਚਾਹੀਦਾ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਉੱਧਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੁਲਿਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਇਸ ਵੇਲੇ ਸਾਹਮਣੇ ਆਈਆਂ ਨੇ। ਪੁਲਿਸ ਦੇ ਉੱਪਰ ਵਕੀਲ ਦੇ ਨਾਲ ਅਣਮਨੁੱਖੀ ਵਤੀਰਾ ਕਰਨ ਦਾ ਜਿਹੜਾ ਮਾਮਲਾ ਉਹ ਵੀ ਬਹੁਤ ਜ਼ਿਆਦਾ ਇਸ ਵੇਲੇ ਭਖਿਆ ਹੋਇਆ ਜੀ। ਬਿਲਕੁਲ ਜੀ ਬਿਲਕੁਲ। ਇੱਕ ਤਾਂ ਜਾਣਕਾਰੀ ਇਹ ਆ ਕਿ ਵਕੀਲਾਂ ਨੇ ਹੜਤਾਲ ਕੀਤੀ ਸੀ। ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਵੀ ਹੜਤਾਲ ਕਰਤੀ ਸੀ ਤੇ ਇਹ ਪੂਰੇ ਪੰਜਾਬ ਦੇ ਵਕੀਲਾਂ ਨੇ ਵੀ ਹੜਤਾਲ ਕੀਤੀ ਸੀ ਤੇ ਅਸਰ ਇਹਦਾ ਹਰਿਆਣੇ 'ਚ ਵੀ ਦਿਸਣ ਲੱਗ ਪਿਆ ਸੀ, ਜਿਹਦੇ ਕਰਕੇ ਲੰਘੇ ਕੱਲ ਸ਼ਾਮ ਦੇ ਵੇਲੇ ਪੰਜਾਬ ਦੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ। ਕੁਝ ਕੁ ਜਿਹੜੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਆ ਜਿਹੜੇ ਉਹਨਾਂ ਦੇ ਤਬਾਦਲੇ ਕੀਤੇ ਗਏ ਆ, ਕੁਝ ਕੁ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ, ਤਾਂ ਜਾ ਕੇ ਇਹ ਮਾਮਲਾ ਹੱਲ ਹੋਇਆ। ਤੇ ਅੱਜ ਤੋਂ ਕਚਹਿਰੀਆਂ ਦੀ ਸ਼ੁਰੂਆਤ ਫਿਰ ਹੋ ਗਈ ਆ, ਨਹੀਂ ਤਾਂ ਕਚਹਿਰੀਆਂ ਦੇ ਵੱਲੋਂ 29 ਤਰੀਕ ਤੱਕ ਕਚਹਿਰੀਆਂ ਦੇ ਵਿੱਚ ਵਕੀਲਾਂ ਦੇ ਵੱਲੋਂ ਹੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਮਸਲਾ ਅਸਲ ਦੇ ਵਿੱਚ ਮੁਕਤਸਰ ਸਾਹਿਬ ਦੇ ਇੱਕ ਵਕੀਲ ਦਾ, ਉਹਦੇ ਇੱਕ ਕਲਾਇੰਟ ਆ, ਉਹਨੂੰ ਪੁਲਿਸ ਫੜ ਕੇ ਲੈ ਗਈ। ਵਕੀਲ ਆ ਜਿਹੜਾ ਉਹਦੇ ਪਿੱਛੇ ਥਾਣੇ 'ਚ ਗਿਆ ਸੀਗਾ ਤਾਂ ਜੋ ਉੱਥੇ ਜਾ ਕੇ ਉਹ ਕਾਗਜ਼ ਪੱਤਰ ਜਮ੍ਹਾਂ ਕਰਵਾ ਸਕੇ ਜਾਂ ਕੋਈ ਆਪਦਾ ਤਰਕ ਪੇਸ਼ ਕਰ ਸਕੇ ਜਾਂ ਕੁਝ ਵੀ ਸੀਗਾ। ਉੱਥੇ ਜਦੋਂ ਗਿਆ ਵਕੀਲ ਤਾਂ ਉਹਦੇ ਨਾਲ ਪੁਲਿਸ ਦੇ ਵੱਲੋਂ ਬਦਸਲੂਕੀ ਕੀਤੀ ਗਈ ਹੈ। ਵਕੀਲ ਨੂੰ ਫੜ ਕੇ ਕੁੱਟਿਆ ਮਾਰਿਆ ਗਿਆ, ਵਕੀਲ ਨੂੰ ਦਲੀਲ ਉਵੇਂ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਢਿੱਲੋਂ ਭਰਾਵਾਂ ਨੂੰ ਕੀਤਾ ਗਿਆ ਸੀਗਾ, ਜਿਨ੍ਹਾਂ ਨੇ ਕਿ ਬਾਅਦ ਦੇ ਵਿੱਚ ਛਾਲ ਮਾਰ ਲਈ ਬਿਆਸ ਦਰਿਆ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਵਕੀਲ ਨੂੰ ਕੁੱਟਿਆ ਮਾਰਿਆ ਗਿਆ, ਵਕੀਲ ਦੇ ਉੱਤੇ ਜ਼ਿਆਦਤੀ ਹੋਈ ਹੈ। ਫਿਰ ਉੱਥੋਂ ਮੁਕਤਸਰ ਸਾਹਿਬ ਦੇ ਵਕੀਲਾਂ ਨੇ, ਬਾਰ ਐਸੋਸੀਏਸ਼ਨ ਹੈ ਜਿਹੜੀ ਵਕੀਲਾਂ ਦੀ, ਉਹਨਾਂ ਨੇ ਇਹਦੇ ਉੱਤੇ ਕਾਰਵਾਈ ਕਰਨ ਦੇ ਲਈ, ਪੁਲਿਸ ਦੇ ਉੱਤੇ ਕਾਰਵਾਈ ਕਰਨ ਦੇ ਲਈ ਦਬਾਅ ਬਣਾਇਆ ਵੀ ਭਾਈ ਜਿਨ੍ਹਾਂ ਨੇ ਗਲਤ ਕੰਮ ਕੀਤਾ, ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਕੀ ਕੀਤਾ, ਬਾਅਦ ਦੇ ਵਿੱਚ ਮੁਕਤਸਰ ਸਾਹਿਬ ਦੇ ਵਿੱਚ ਪ੍ਰਦਰਸ਼ਨ ਕੀਤਾ ਵਕੀਲਾਂ ਨੇ, ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਪੰਜਾਬ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ, ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਫਿਰ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਇਹ ਗੱਲ ਪਹੁੰਚ ਗਈ ਵੀ ਵਕੀਲਾਂ ਨੇ ਇਹ ਗੱਲ ਕਹੀ ਜੀ ਕਿ ਪੂਰੇ ਭਾਰਤ ਦੇ ਵਿੱਚ ਹੀ ਅਸੀਂ ਇਸ ਤਰੀਕੇ ਦੇ ਨਾਲ ਹੜਤਾਲ ਦੇ ਲਈ ਕਵਾਂਗੇ, ਤੇ ਫਿਰ ਸਰਕਾਰ ਜਾ ਕੇ ਜਾਗੀ ਆ ਤੇ ਹੁਣ ਸਰਕਾਰ ਦੇ ਵੱਲੋਂ ਪਤਾ ਲੱਗਾ ਵੀ ਇਹ ਕੁਝ ਕੀਤਾ ਗਿਆ, ਕਾਰਵਾਈ ਕੀਤੀ ਗਈ ਆ। ਸੋ ਮਤਲਬ ਕਹਿਣ ਦਾ ਇਹ ਆ ਵੀ ਅੱਜ ਪੰਜਾਬ ਦੇ ਵਿੱਚ ਵਕੀਲਾਂ ਨੂੰ ਹੜਤਾਲ ਕਰਨੀ ਪਈ ਆ, ਇਸ ਕਰਕੇ ਵੀ ਪੁਲਿਸ ਧੱਕਾ ਕਰ ਰਹੀ ਆ। ਸੋ ਕੁਝ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ, ਬਦਲ ਦਿੱਤੇ ਗਏ ਆ, ਕਈਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਸੋ ਦੇਖਦੇ ਆ ਭਾਈ ਅਗਲੀ ਕਾਰਵਾਈ ਕੀ ਹੁੰਦੀ ਹੈ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ। ਹੁਣ ਗੱਲ ਕਰਦੇ ਹਾਂ ਆਪਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ। ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਗੱਲ ਦੀ ਸਾਂਝ ਪਾਈ ਸੀ ਕਿ ਮਨਪ੍ਰੀਤ ਬਾਦਲ ਹੋਰੀ ਕਿਤੇ ਵੀ ਲੱਭ ਨਹੀਂ ਰਹੇ, ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਉਧਰ ਦੂਸਰੇ ਬੰਨੇ ਮਨਪ੍ਰੀਤ ਬਾਦਲ ਹੋਰੀ ਬਿਲਕੁਲ ਚੁੱਪ ਨੇ, ਬਿਲਕੁਲ ਸ਼ਾਂਤ ਨੇ, ਔਰ ਉਹਨਾਂ ਦੀ ਚੁੱਪੀ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਜੀ। ਹੁਣ ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਚੁੱਪ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਆ ਵੀ ਕੀ ਉਹ ਸੱਚੀ ਮੁੱਚੀ ਤਾਂ ਨਹੀਂ ਕਸੂਰਵਾਰ, ਕਿਉਂਕਿ ਜਦੋਂ ਉਹ ਸਾਹਮਣੇ ਆ ਕੇ ਕਿਸੇ ਕਿਸਮ ਦਾ ਕੋਈ ਉੱਤਰ ਹੀ ਨਹੀਂ ਦੇ ਰਹੇ ਤਾਂ ਇਹਦੇ ਕੀ ਅਰਥ ਕੱਢੇ ਜਾਣ। ਕਿਤੇ ਇਹਦਾ ਕਾਰਨ ਸੱਚੀ ਇਹ ਤਾਂ ਨਹੀਂ ਵੀ ਭਾਈ ਉਹ ਕਸੂਰਵਾਰ ਆ, ਕਿਤੇ ਇਹਦਾ ਕਾਰਨ ਇਹ ਤਾਂ ਨਹੀਂ ਵੀ ਸੱਚੀ ਮੁੱਚੀ ਉਹਨਾਂ ਦਾ ਹੇਰਾ ਫੇਰੀ ਦੇ ਵਿੱਚ ਯੋਗਦਾਨ ਹੈਗਾ। ਕਿਉਂਕਿ ਮਨਪ੍ਰੀਤ ਬਾਦਲ ਹੋਰੀ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਮਰਜ਼ੀ ਆ ਜਾਓ, ਜੋ ਮਰਜ਼ੀ ਕਾਰਵਾਈ ਕਰ ਲਓ, ਮੈਂ ਪਰਚਿਆਂ ਤੋਂ ਨਹੀਂ ਡਰਦਾ, ਮੈਨੂੰ ਸਭ ਪਤਾ ਵੀ ਭਾਈ ਮੈਂ ਇਮਾਨਦਾਰ ਆ ਤੇ ਮੇਰੀ ਇਮਾਨਦਾਰੀ ਦੇ ਉੱਤੇ ਕੋਈ ਸਵਾਲ ਨਹੀਂ ਖੜਾ ਹੋ ਸਕਦਾ। ਅਸੀਂ ਵੀ ਇਹ ਗੱਲ ਮੰਨ ਗਏ ਵੀ ਉਹ ਇਮਾਨਦਾਰ ਹੋਣਗੇ। ਹੁਣ ਜਦੋਂ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਭ੍ਰਿਸ਼ਟਾਚਾਰ ਦਾ, ਕਿਉਂਕਿ ਉਹਨਾਂ ਨੇ ਕਮਰਸ਼ੀਅਲ ਪਲਾਟਾਂ ਨੂੰ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਮਿਲ ਕੇ ਤੇ ਰਿਹਾਇਸ਼ੀ ਦੇ ਰੂਪ ਦੇ ਵਿੱਚ ਕਨਵਰਟ ਕਰਕੇ ਆਪਣੇ ਨਾਂ ਦੇ ਉੱਤੇ ਕਰਵਾਇਆ। ਇਹਦੇ ਵਿੱਚ 5-6 ਦੇ ਉੱਤੇ ਪਰਚਾ ਦਰਜ ਹੋਇਆ ਵਿਜੀਲੈਂਸ ਦੇ ਵੱਲੋਂ। 3 ਜਣੇ ਵਿਜੀਲੈਂਸ ਨੇ ਗ੍ਰਿਫਤਾਰ ਕੀਤੇ ਆ। ਜਿਹੜੇ 2-3 ਬਾਕੀ ਬਚਦੇ ਜਿਨ੍ਹਾਂ ਨੂੰ ਹਲੇ ਗ੍ਰਿਫਤਾਰ ਕਰਨਾ, ਉਹਨਾਂ ਦੇ ਵਿੱਚੋਂ ਇੱਕ ਮਨਪ੍ਰੀਤ ਬਾਦਲ ਵੀ ਆ। ਮਨਪ੍ਰੀਤ ਬਾਦਲ ਹੈ ਕਿੱਥੇ, ਇਹਦੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ। ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ।
ਟੀਮਾਂ ਪੁਲਿਸ ਦੀਆਂ ਛਾਪੇਮਾਰੀ ਕਰ ਰਹੀਆਂ ਮਨਪ੍ਰੀਤ ਬਾਦਲ ਨੂੰ ਫੜਨ ਦੇ ਲਈ, ਤੇ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਚ ਹੀ ਆ ਜਾਂ ਭਾਰਤ ਦੇ ਕਿਸੇ ਸੂਬੇ ਦੇ ਵਿੱਚ ਆ ਜਾਂ ਜ਼ਮਾਨਤ ਦੀ ਉਡੀਕ ਕਰ ਰਿਹਾ ਜਾਂ ਉਹ ਵਿਦੇਸ਼ ਦੇ ਵੱਲ ਭੱਜ ਗਿਆ। ਇਹ ਹੁਣ ਲੋਕਾਂ ਦੇ ਮਨ ਦੇ ਵਿੱਚ ਸਵਾਲ ਖੜੇ ਹੋ ਰਹੇ ਆ। ਪਰ ਮਨਪ੍ਰੀਤ ਬਾਦਲ ਕਿਤੇ ਵੀ ਹੋਵੇ, ਮੰਨ ਲਓ ਕਿ ਉਹ ਵਿਦੇਸ਼ ਦੇ ਵੱਲ ਆ, ਮੈਂ ਨਹੀਂ ਕਹਿੰਦਾ ਭੱਜ ਗਿਆ, ਚਲੋ ਉਹ ਕਿਸੇ ਕੰਮ ਲਈ ਗਿਆ, ਉਹਨੂੰ ਕੋਈ ਜ਼ਰੂਰੀ ਕੰਮ ਕਾਜ ਹੋ ਸਕਦਾ, ਉਹ ਮਹੀਨਿਆਂ ਲਈ ਗਿਆ, 2 ਮਹੀਨਿਆਂ ਲਈ ਗਿਆ, 2 ਦਿਨਾਂ ਲਈ ਗਿਆ, ਜਿੰਨੇ ਚਿਰ ਲਈ ਵੀ ਗਿਆ, ਜਾਂ ਉਹ ਕਿਤੇ ਵੀ ਹੋਰ ਹੈਗਾ, ਉਹਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਇੱਕ ਸੁਨੇਹਾ ਜਾਰੀ ਕਰਨਾ ਚਾਹੀਦਾ ਸੀ ਹੁਣ ਤੱਕ ਕਿ ਭਾਈ ਮੈਂ ਭੱਜਿਆ ਨਹੀਂ, ਮੈਂ ਡਰਿਆ ਨਹੀਂ, ਮੈਂ ਬਿਜ਼ੀ ਹਾਂ, ਮੇਰੀ ਸਿਹਤ ਨਹੀਂ ਠੀਕ, ਮੈਂ ਬਹੁਤ ਜਲਦ ਸਭ ਦੇ ਸਾਹਮਣੇ ਆ ਜਾਣਾ, ਕੋਈ ਪਰਵਾਹ ਵਾਲੀ ਗੱਲ ਨਹੀਂ, ਤੇ ਮੈਂ ਸਾਹਮਣਾ ਕਰੂੰਗਾ ਕਾਨੂੰਨ ਦਾ। ਮੈਂ ਬਿਲਕੁਲ ਜੀ ਇਸ ਜਾਂਚ ਪੜਤਾਲ ਦੇ ਵਿੱਚ ਯੋਗਦਾਨ ਪਾਊਂਗਾ। ਮੈਨੂੰ ਜਿੱਥੇ ਵੀ ਜੋ ਵੀ ਕਹਿਣਗੇ ਪਰਚੇ ਭਾਵੇਂ 4 ਹੋਰ ਦਰਜ ਕਰ ਲੈਣ, ਪਰ ਮੈਂ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ। ਪਰ ਜਿਸ ਤਰੀਕੇ ਨਾਲ ਮਨਪ੍ਰੀਤ ਬਾਦਲ ਨੇ ਚੁੱਪ ਵੱਟ ਲਈ ਆ, ਤੇ ਚੁੱਪ ਤੋਂ ਤਾਂ ਬਾਅਦ 100 ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਵੀ ਮਨਪ੍ਰੀਤ ਬਾਦਲ ਕਿਤੇ ਸੱਚੀ ਮੁੱਚੀ ਤਾਂ ਨਹੀਂ ਕਸੂਰਵਾਰ। ਮਨਪ੍ਰੀਤ ਬਾਦਲ ਦੀ ਚੁੱਪ ਆ ਜਿਹੜੀ, ਉਹਨੇ ਹੀ ਉਹਨੂੰ ਕਸੂਰਵਾਰ ਬਣਾ ਦੇਣਾ। ਜੇ ਮਨਪ੍ਰੀਤ ਬਾਦਲ ਨਾ ਬੋਲਿਆ ਤਾਂ ਮਤਲਬ ਇਹ ਆ ਵੀ ਮਨਪ੍ਰੀਤ ਬਾਦਲ ਗਲਤ ਆ। ਮਨਪ੍ਰੀਤ ਬਾਦਲ ਨੂੰ ਭੱਜਣਾ ਹੀ ਨਹੀਂ ਚਾਹੀਦਾ, ਮਨਪ੍ਰੀਤ ਬਾਦਲ ਨੂੰ ਲੁਕਣਾ ਹੀ ਨਹੀਂ ਚਾਹੀਦਾ। ਤੁਹਾਨੂੰ ਚੇਤੇ ਹੋਣਾ ਜਦੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਵਿਜੀਲੈਂਸ ਨੇ ਕਾਰਵਾਈ ਸ਼ੁਰੂ ਕੀਤੀ ਸੀ, ਉਦੋਂ ਉਹ ਅਮਰੀਕਾ ਦੇ ਵਿੱਚ ਸੀ। ਉਹਨੇ ਉਦੋਂ ਹੀ ਗੱਲ ਕੀਤੀ ਸੀ ਚੰਨੀ ਹੋਰਾਂ ਨੇ ਕਿ ਮੈਂ ਅਮਰੀਕਾ ਦੇ ਵਿੱਚ ਆਇਆ, PhD ਕਰਨ ਦੇ ਲਈ ਆਇਆ, ਬਹੁਤ ਜਲਦ ਮੈਂ ਵਾਪਸ ਆ ਜਾਣਾ, ਮੇਰੀ ਸਿਹਤ ਦੇ ਵੀ ਕੁਝ ਕੁ ਇਸ਼ੂ ਸੀਗੇ ਤੇ ਮੈਂ ਆ ਕੇ ਇਸ ਪੜਤਾਲ ਦੇ ਵਿੱਚ ਸਹਿਯੋਗ ਦੇਵਾਂਗਾ। ਜੇ ਮਨਪ੍ਰੀਤ ਬਾਦਲ ਨੇ ਇਹ ਗੱਲ ਨਾ ਕਹੀ ਤਾਂ ਮਤਲਬ ਇਹ ਆ ਉਹ ਗਲਤ ਆ। ਜੇ ਮਨਪ੍ਰੀਤ ਬਾਦਲ ਨੇ ਇਹ ਗੱਲ ਨਾ ਕਹੀ ਮਤਲਬ ਇਹ ਆ ਕਿ ਭਾਈ ਉਹ ਲੁਕਦਾ ਫਿਰਦਾ। ਮੈਨੂੰ ਇਹ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਕਾਫ਼ੀ ਵੱਡੀ ਬਣੂਗੀ ਜੀ। ਜੀ ਬਿਲਕੁਲ ਟਾਣਾ ਸਾਹਿਬ, ਲੱਗ ਰਿਹਾ ਕਿ ਇਹ ਗੱਲ ਕਾਫੀ ਵੱਡੀ ਬਣ ਸਕਦੀ ਹੈ ਆਉਂਦੇ ਸਮੇਂ 'ਚ। ਖੈਰ ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹਿੰਦੇ ਕਿ ਭਗਵੰਤ ਮਾਨ ਉਹਨਾਂ ਦੇ ਉੱਪਰ ਕਾਫੀ ਇਲਜ਼ਾਮ ਲਗਾਏ ਨੇ ਜੀ, ਕੀ ਕਹਿਣਾ ਉਹਨਾਂ ਦਾ? ਦੇਖੋ ਜੀ, ਨਵਜੋਤ ਸਿੰਘ ਸਿੱਧੂ ਹੋਰੀ ਇੱਕ ਵਾਰ ਫੇਰ ਸਰਗਰਮ ਹੋਏ ਆ ਤੇ ਨਵਜੋਤ ਸਿੰਘ ਸਿੱਧੂ ਨੇ ਇਹ ਇਲਜ਼ਾਮ ਲਾਏ ਹੈਗੇ ਜੀ ਉਹਨਾਂ ਦੇ ਵੱਲੋਂ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਹੈਲੀਕਾਪਟਰ ਦੀ ਬੇਲੋੜੀ ਵਰਤੋਂ, ਹੈਲੀਕਾਪਟਰ ਦੀ ਚੌਪਰ ਦੀ ਬੇਲੋੜੀ ਵਰਤੋਂ, ਇਹਦੇ ਉੱਤੇ ਸਵਾਲ ਖੜੇ ਕੀਤੇ ਆ। ਨਵਜੋਤ ਸਿੰਘ ਸਿੱਧੂ ਕੱਲ ਪਹੁੰਚੇ ਸੀਗੇ ਹਵਾਬਾਜ਼ੀ ਮਹਿਕਮੇ ਦੇ ਦਫ਼ਤਰ ਦੇ ਵਿੱਚ। ਉਹਨਾਂ ਨੇ ਇੱਥੇ RTI ਰਾਹੀਂ ਜਾਣਕਾਰੀ ਮੰਗੀ ਹੈ, ਯਾਨੀ ਕਿ ਉਹਨਾਂ ਨੇ ਸੂਚਨਾ ਅਧਿਕਾਰ ਐਕਟ, ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਾਣਕਾਰੀ ਮੰਗੀ ਹੈ ਕਿ ਹੁਣ ਤੱਕ 1.5 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕਿੰਨਾ ਹੈਲੀਕਾਪਟਰ ਵਰਤਿਆ, ਕਿੱਥੇ ਕਿੱਥੇ ਲਈ ਵਰਤਿਆ, ਕੌਣ ਕੌਣ ਗਿਆ, ਕਿਹੜੇ ਕਿਹੜੇ ਮਕਸਦ ਲਈ ਗਏ ਆ, ਕਿੰਨੇ ਪੈਸੇ ਦਾ ਖਰਚਾ ਆਇਆ ਤੇ ਕੌਣ ਕੌਣ ਇਹਦੇ ਨਾਲ ਸੀਗੇ। ਸੋ ਇਹ ਸਾਰੀ ਜਾਣਕਾਰੀ ਦਿੱਤੀ ਜਾਵੇ ਵੀ 1.5 ਸਾਲ ਦੇ ਵਿੱਚ ਕਿੰਨਾ ਖਰਚ ਇਹਨਾਂ ਨੇ ਹੈਲੀਕਾਪਟਰ ਦੇ ਉੱਤੇ ਕਰਤਾ ਤੇ ਕਿੱਥੇ ਕਿੱਥੇ ਗਏ ਆ। ਤੇ ਨਵਜੋਤ ਸਿੱਧੂ ਨੇ ਇਹ ਵੀ ਗੱਲ ਕਹੀ ਆ ਵੀ ਪੰਜਾਬ ਦੀ ਸਰਕਾਰ ਨੇ ਤਾਂ ਸਕੂਟਰ ਬਣਾਇਆ ਹੈਲੀਕਾਪਟਰ ਨੂੰ, ਕਦੇ ਇਹ ਕਿਤੇ ਲੈ ਜਾਂਦੇ ਆ, ਕਦੇ ਇਹ ਕਿਤੇ ਲੈ ਜਾਂਦੇ ਆ, ਪੰਜਾਬ ਦੇ ਲੋਕਾਂ ਦੇ ਪੈਸੇ ਆ। ਕਹਿੰਦੇ ਸੀ ਵੀ ਅਸੀਂ ਤਾਂ ਆਮ ਲੋਕਾਂ ਦੇ ਨਾਲੋਂ ਵੱਖਰਾ ਸੋਚਦੇ ਆ, ਅਸੀਂ ਤਾਂ ਬਾਕੀ ਪਾਰਟੀਆਂ ਨਾਲੋਂ ਵੱਖਰੇ ਕਿਸਮ ਦੀ ਰਾਜਨੀਤੀ ਕਰਨ ਆਏ ਆ, ਆਹ ਕੁਝ ਇਹ ਕਰਦੇ ਆ। ਉਹਨਾਂ ਨੇ ਕਿਹਾ ਕਿ ਭਾਈ ਇਹ ਜਦੋਂ ਸੂਚਨਾ ਅਧਿਕਾਰ ਐਕਟ ਦੇ ਤਹਿਤ ਜਾਣਕਾਰੀ ਆ ਗਈ ਤੇ ਫਿਰ ਪਤਾ ਲੱਗ ਜੂਗਾ ਵੀ ਭਾਈ ਹੈਲੀਕਾਪਟਰ ਕਿੱਥੇ ਕਿੱਥੇ ਗੇੜੇ ਕੱਢਿਆ ਆ, ਕਦੋਂ ਕਦੋਂ ਜਾ ਕੇ ਆਇਆ। ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਵੀ ਦਿੱਲੀੋਂ ਚੱਕਿਆ ਫਲਾਣੀ ਥਾਂ ਲੈ ਗਏ, ਉੱਥੋਂ ਚੱਕਿਆ ਫਲਾਣੀ ਥਾਂ ਲੈ ਗਏ, ਵੀ ਇਹ ਤਾਂ ਖੇਡਾਂ ਖੇਡਦੇ ਆ। ਹੁਣ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਕਦੋਂ ਤੇ ਕਿਹੋ ਜਿਹੀ ਜਾਣਕਾਰੀ ਆਉਂਦੀ ਆ, ਇਹਦੀ ਉਡੀਕ ਕਰਨੀ ਬਣਦੀ ਹੈ ਜੀ। ਜੀ ਬਿਲਕੁਲ ਸਹੀ ਕਹਿਣਾ ਸਾਹਿਬ। ਖੈਰ ਉਧਰ ਦੂਸਰੇ ਬੰਨੇ ਮੋਹਾਲੀ ਤੋਂ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਸਾਹਮਣੇ ਆਈ ਹੈ, ਜਿੱਥੇ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗ ਗਈ, ਜਿਹਦੇ ਕਰਕੇ 8 ਦੇ ਨੇੜੇ ਤੇੜੇ ਜਿਹੜੇ ਲੋਕ ਨੇ ਉਹ ਝੁਲਸ ਗਏ ਨੇ ਜੀ। ਬਿਲਕੁਲ ਜੀ ਬਿਲਕੁਲ, ਇਹ ਨਾ ਕੁਰਾਲੀ ਦੇ ਵੱਲੋਂ ਖਬਰ ਆਈ ਆ, ਮੋਹਾਲੀ ਦੇ ਲਾਗੇ ਕੁਰਾਲੀ, ਤੇ ਇੱਥੇ ਫੋਕਲ ਪੁਆਇੰਟ ਦੇ ਵਿੱਚ ਇੱਕ ਕੈਮੀਕਲ ਫੈਕਟਰੀ ਆ, ਉਹਦੇ ਵਿੱਚ ਅੱਗ ਲੱਗ ਗਈ ਆ। ਅੱਗ ਲੱਗਣ ਦੇ ਕਰਕੇ ਤੇ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ। ਕਹਿੰਦੇ ਵੀ 24-25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਉਹ ਮੌਕੇ ਦੇ ਉੱਤੇ ਪਹੁੰਚ ਗਈਆਂ ਤੇ ਉਹਨਾਂ ਨੇ ਅੱਗ ਦੇ ਉੱਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ। ਅੱਗ ਕਿਉਂ ਲੱਗੀ? ਸ਼ਾਰਟ ਸਰਕਟ ਦੇ ਕਰਕੇ ਲੱਗੀ ਆ ਜਾਂ ਕਿਸੇ ਦੀ ਸ਼ਰਾਰਤ ਕਰਕੇ ਲੱਗੀ ਆ ਜਾਂ ਪਤਾ ਨਹੀਂ ਕੀ ਕਾਰਨ ਕਰਕੇ ਲੱਗੀ ਆ, ਇਹਦੇ ਵੇਰਵੇ ਹਾਲੇ ਸਾਹਮਣੇ ਆਉਣੇ ਬਾਕੀ ਆ। ਪਰ ਇੱਥੇ 8 ਲੋਕ ਆ ਜਿਹੜੇ ਉਹ ਝੁਲਸ ਗਏ ਆ, ਉਹਦੇ ਵਿੱਚ ਕੁਝ ਔਰਤਾਂ ਵੀ ਆ। ਇਹਦੇ ਵਿੱਚ ਪਤਾ ਲੱਗਾ ਵੀ 3-4 ਜਣੇ ਤਾਂ ਬੇਹੱਦ ਝੁਲਸ ਗਏ ਆ, ਉਹਨਾਂ ਦਾ ਤਾਂ ਬਹੁਤ ਹੀ ਮਾੜਾ ਹਾਲ ਆ, ਜਿਹਦੇ ਕਰਕੇ ਉਹਨਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਸੋ ਦੁਖਦਾਈ ਵਰਤਾਰਾ ਜੀ, ਜੋ ਕੁਝ ਹੋਇਆ ਬਹੁਤ ਮਾੜਾ ਹੋਇਆ। ਤੇ ਇਹ ਵੀ ਪਤਾ ਲੱਗਾ ਵੀ ਭਾਈ ਇਹ ਰਿਹਾਇਸ਼ੀ ਏਰੀਏ ਦੇ ਵਾਲੀ ਕੈਮੀਕਲ ਫੈਕਟਰੀ ਹੈਗੀ ਆ, ਤੇ ਵੈਸੇ ਫੈਕਟਰੀਆਂ ਜਾਂ ਹੋਰ ਜਿਹੜੀਆਂ ਇਹ ਇਸ ਤਰੀਕੇ ਦੀਆਂ ਚੀਜ਼ਾਂ ਹੈਗੀਆਂ ਕਮਰਸ਼ੀਅਲ, ਇਹ ਸ਼ਹਿਰੀ ਇਲਾਕੇ ਦੇ ਵਿੱਚੋਂ ਬਾਹਰ ਹੋਣੀਆਂ ਚਾਹੀਦੀਆਂ, ਰਿਹਾਇਸ਼ੀ ਇਲਾਕੇ ਦੇ ਵਿੱਚੋਂ ਬਾਹਰ ਹੋਣੀਆਂ ਚਾਹੀਦੀਆਂ। ਪਰ ਹੁਣ ਦੇਖਦੇ ਭਾਈ ਅਗਲੀ ਕਾਰਵਾਈ ਕੀ ਹੁੰਦੀ ਹੈ, ਪਰ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਜੀ।
ਜੀ ਬਿਲਕੁਲ ਸਹੀ। ਖੈਰ ਅੱਗੇ ਵਧਦੇ ਆ, ਗੱਲ ਕਰਦੇ ਆ ਹੁਣ ਨਸ਼ਾ ਤਸਕਰਾਂ ਦੀ। ਕਹਿੰਦੇ ਨਸ਼ਾ ਤਸਕਰ ਦਾ ਮੁਕਤਸਰ ਸਾਹਿਬ ਦੇ ਵਿੱਚ ਘਰ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਜੀ। ਬਿਲਕੁਲ ਜੀ ਬਿਲਕੁਲ, 2 ਜਾਣਕਾਰੀਆਂ ਨੇ। ਇੱਕ ਤਾਂ ਇਹ ਵੀ ਨਸ਼ਾ ਤਸਕਰ ਆ ਜਿਹੜਾ, ਉਹਦਾ ਘਰ ਜਿਹੜਾ ਉਹ ਸੀਲ ਕਰ ਦਿੱਤਾ ਗਿਆ। ਵਧੀਆ ਕੀਤਾ ਗਿਆ, ਇਹ ਸੀਲ ਕਰਨਾ ਵੀ ਚਾਹੀਦਾ ਸੀ। ਉਹਦਾ ਕਾਰਨ ਇਹ ਆ ਵੀ ਭਾਈ ਨਸ਼ਾ ਤਸਕਰਾਂ ਨੇ ਅੱਤ ਵੀ ਬਹੁਤ ਚੱਕੀ ਹੈ। ਨਸ਼ਾ ਤਸਕਰ ਜਿਹੜਾ ਇਹ ਮਲੋਟ ਕਸਬੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਤੇ ਸ਼ਿੰਦਰਪਾਲ ਸਿੰਘ ਉਰਫ ਸ਼ਿੰਦੂ ਇਹਦਾ ਨਾਂ ਹੈਗਾ। ਸੋ ਵਧੀਆ ਕੀਤਾ ਜੀ, ਇਹਦੇ ਉੱਤੇ ਕਾਰਵਾਈ ਬਣਦੀ ਸਰਨੀ ਹੋਣੀ ਹੀ ਚਾਹੀਦੀ ਸੀ ਤੇ ਹੋਈ ਆ। ਤੇ ਹੋਰਾਂ ਦੇ ਉੱਤੇ ਵੀ ਕਾਰਵਾਈ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਬਹੁਤ ਵੱਡੀ, ਕਿ ਇੱਕ ਜਿਹੜਾ ਨਸ਼ਾ ਤਸਕਰ ਆ ਤੇ ਉਹਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਬਾਊਪੁਰ, ਜਿਹੜਾ ਬੇਟ ਪਿੰਡ ਆ ਉਧਰਲੇ ਪਾਸੇ ਆ ਕੇ। ਕਿਉਂਕਿ ਇਸ ਵੇਲੇ ਪੰਜਾਬ ਦੇ ਸੂਝਵਾਨ ਲੋਕ ਆ ਜਿਹੜੇ, ਉਹ ਆਪਣੇ ਆਪਣੇ ਪਿੰਡ ਨੂੰ ਨਸ਼ੇ ਤੋਂ ਬਚਾਉਣ ਦੇ ਲਈ, ਨਸ਼ਾ ਤਸਕਰਾਂ ਤੋਂ ਬਚਾਉਣ ਦੇ ਲਈ ਆਪਾਂ ਜਾਣਦੇ ਆ ਕਿ ਠੀਕਰੀ ਪਹਿਰੇ ਲਾ ਰਹੇ ਆ। ਉਹ ਠੀਕਰੀ ਪਹਿਰੇ ਲਾਉਂਦੇ ਜਦੋਂ, ਤੇ ਲੋਕ ਆ ਕੇ ਰੋਕਦੇ ਆ ਵੀ ਭਾਈ ਜਿਹੜੇ ਵੀ ਭਾਈ ਅਸੀਂ ਤਾਂ ਅੰਦਰ ਜਾਣਾ ਹੈਗਾ, ਤੁਹਾਡੇ ਪਿੰਡ ਦੇ ਵਿੱਚ ਵੜਨਾ। ਤੇ ਪਰ ਇਹ ਉਹਨਾਂ ਨੂੰ ਰੋਕਦੇ ਵੀ ਭਾਈ ਤੁਸੀਂ ਅੰਦਰ ਨਹੀਂ ਜਾਣਾ, ਜਾਂ ਦੱਸੋ ਵੀ ਤੁਸੀਂ ਕਿਹਨੂੰ ਮਿਲਣਾ, ਕਿੱਥੋਂ ਆਏ ਆ, ਕੀ ਲੈਣ ਆਏ ਹੋ, ਕੀ ਕੰਮ ਆ ਤੁਹਾਨੂੰ। ਤੇ ਇੱਥੇ ਵੀ ਪਤਾ ਲੱਗਾ ਵੀ ਬਾਊਪੁਰ ਬੇਟ ਦੇ ਵਿੱਚ ਨਸ਼ਾ ਤਸਕਰਾਂ ਨੂੰ ਅੱਧੀ ਰਾਤ ਦੇ ਵੇਲੇ ਰੋਕਿਆ ਇਹਨਾਂ ਪਿੰਡ ਵਾਲਿਆਂ ਨੇ, ਤੇ ਇਹਨਾਂ ਨੇ ਗੋਲੀਆਂ ਮਾਰ ਕੇ ਤੇ ਉਹ ਕਹਿੰਦੇ ਵੀ ਭੱਜ ਗਏ ਆ। ਤੇ ਇੱਥੇ ਜਿਹੜੇ ਹੈਗੇ ਨੇ ਠੀਕਰੀ ਪਹਿਰੇ ਵਾਲੇ, ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਆ ਭੱਜ ਨੱਠ ਕਰਕੇ। ਤੇ ਅਗਲੀ ਗੱਲ ਇਹ ਵੀ ਬਠਿੰਡੇ ਦੇ ਵੱਲ ਵੀ ਇਹੋ ਜਿਹੀ ਖਬਰ ਆਈ ਸੀ, ਉੱਥੇ ਵੀ ਪਿਛਲੇ ਦਿਨੀ ਪਤਾ ਲੱਗਾ ਜੀ ਕਿ ਠੀਕਰੀ ਪਹਿਰੇ ਵਾਲਿਆਂ ਨੇ ਏਦਾਂ ਹੀ ਰੋਕੇ ਸੀਗੇ ਅੱਧੀ ਰਾਤ ਨੂੰ ਨੌਜਵਾਨ। ਉਹ ਇੱਕ ਮੁੰਡੇ ਨੂੰ ਮਾਰ ਕੇ ਚਲੇ ਗਏ ਸੀ, ਗੋਲੀਆਂ ਮਾਰ ਕੇ ਭੱਜ ਗਏ ਸੀਗੇ। ਸੋ ਆਹ ਕੁਝ ਵੀ ਪੰਜਾਬ ਦੇ ਵਿੱਚ ਹੋ ਰਿਹਾ, ਜਿਹੜਾ ਕਿ ਬੇਹੱਦ ਚਿੰਤਾਜਨਕ ਆ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ। ਸੋ ਸਰਕਾਰ ਇਸ ਮਾਮਲੇ ਦੇ ਉੱਤੇ ਕਾਰਵਾਈ ਕਰੇ। ਜਿਹੜੇ ਲੋਕਾਂ ਨੂੰ ਤੁਸੀਂ ਫੜਨਾ, ਉਹਨਾਂ ਲੋਕਾਂ ਤੋਂ ਆਪਦੇ ਪਿੰਡ ਨੂੰ ਬਚਾਉਣ ਦੇ ਲਈ ਪਿੰਡ ਦੇ ਲੋਕ ਇਸ ਵੇਲੇ ਤਤਪਰ ਹੋਏ ਆ। ਤੇ ਜੇਕਰ ਭਾਈ ਉਹਨਾਂ ਨੂੰ ਆਪਦਾ ਪਿੰਡ ਬਚਾਉਂਦਿਆਂ ਵੀ ਗੋਲੀਆਂ ਦਾ ਸਾਹਮਣਾ ਕਰਨਾ ਪਵੇ, ਤੇ ਫਿਰ ਪੰਜਾਬ ਦੇ ਲੋਕ ਜਾਣਗੇ ਕਿੱਥੇ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਲਰ ਸਾਹਿਬ। ਉਧਰ ਬਾਰਡਰਸ ਦੀ ਗੱਲ ਕਰਦੇ ਆ, ਕਹਿੰਦੇ ਬਾਰਡਰਸ ਦੇ ਉੱਪਰ ਹੁਣ ਐਂਟੀ ਡਰੋਨ ਸਿਸਟਮ ਲਗਾਇਆ ਜਾਏਗਾ ਜੀ। ਅਮਿਤ ਸ਼ਾਹ ਹੋਰਾਂ ਦਾ ਇਹ ਕਹਿਣਾ। ਬਿਲਕੁਲ ਜੀ ਬਿਲਕੁਲ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਾਰਡਰਾਂ ਦੇ ਉੱਤੇ ਅਸੀਂ ਐਂਟੀ ਡਰੋਨ ਸਿਸਟਮ ਲਾਵਾਂਗੇ, ਤਾਂ ਜੋ ਪੰਜਾਬ ਦੇ ਵੱਲ ਜਾਂ ਕਿਸੇ ਵੀ ਬਾਰਡਰ ਦੇ ਰਾਹੀਂ ਭਾਰਤ ਦੇ ਵੱਲ ਨਸ਼ੇ ਦੀ ਸਪਲਾਈ ਨਾ ਹੋ ਸਕੇ। ਤੇ ਕਿਉਂਕਿ ਆਪਾਂ ਜਾਣਦੇ ਹਾਂ ਵੀ ਚੰਡੀਗੜ੍ਹ ਦੇ ਵਿੱਚ ਉੱਤਰੀ ਖੇਤਰੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ 28-29 ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ। ਭਗਵੰਤ ਮਾਨ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਉੱਥੇ ਕੀਤੀ ਹੈ। ਪਰ ਹੁਣ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਭਾਈ ਅਮਿਤ ਸ਼ਾਹ ਨੇ ਕਿਹਾ ਵੀ ਅਸੀਂ ਐਂਟੀ ਡਰੋਨ ਸਿਸਟਮ ਬਾਰਡਰਾਂ ਦੇ ਉੱਤੇ ਲਾਵਾਂਗੇ। ਲੋੜ ਆ ਸਮੇਂ ਦੀ ਵੱਧ ਤੋਂ ਵੱਧ ਸਖਤੀ ਬਾਰਡਰਾਂ ਦੇ ਉੱਤੇ ਵਰਤੀ ਜਾਵੇ। ਲੋੜ ਆ ਸਮੇਂ ਦੀ ਕਿ ਵੱਧ ਤੋਂ ਵੱਧ ਇੱਥੇ ਜਿਹੜੇ ਆ ਉਹ ਚੌਕਸੀ ਵਰਤੀ ਜਾਵੇ, ਤਾਂ ਜੋ ਇੱਥੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ, ਤਾਂ ਜੋ ਪੰਜਾਬ ਦੇ ਵਿੱਚ ਨਸ਼ੇ ਨਾ ਵੱਧਣ। ਸੋ ਦੇਖਦੇ ਭਾਈ ਇਸ ਮਾਮਲੇ ਦੇ ਉੱਤੇ ਅਗਲੇਰੀ ਕਾਰਵਾਈ ਕੀ ਹੁੰਦੀ ਹੈ। ਪਰ ਜ਼ਰੂਰਤ ਇਸ ਵਕਤ ਇਸੇ ਗੱਲ ਦੀ ਹੈ ਕਿ ਵੱਧ ਤੋਂ ਵੱਧ ਚੌਕਸੀ ਵਰਤੀ ਜਾਵੇ। ਜੀ ਬਿਲਕੁਲ ਸਹੀ। ਉਧਰ ਟੈਲਰ ਸਾਹਿਬ, ਅਰਵਿੰਦ ਕੇਜਰੀਵਾਲ ਹੋਰਾਂ ਦੀ ਰਿਹਾਇਸ਼ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ, ਔਰ ਇਸ ਬਾਬਤ ਆਪਾਂ ਬਹੁਤ ਵਾਰ ਸਾਡੇ ਵਾਲਾ ਰੇਡੀਓ ਦੇ ਉੱਪਰ ਖਬਰਾਂ ਦੇ ਵਿੱਚ ਸਾਂਝ ਵੀ ਪਾਈ ਹੈ। ਤੇ ਹੁਣ ਕਹਿੰਦੇ ਆ ਕੇਜਰੀਵਾਲ ਹੋਰਾਂ ਦੀ ਰਿਹਾਇਸ਼ ਦੇ ਮਾਮਲੇ ਦੇ ਵਿੱਚ CBI ਨੇ ਮੁੱਢਲੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੀ। ਬਿਲਕੁਲ ਜੀ ਬਿਲਕੁਲ, ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਇਹ ਪੜਤਾਲ ਕਰਨੀ ਵੀ ਸੀ। ਕਿਉਂਕਿ ਦੇਖੋ ਮੇਰਾ ਖਿਆਲ 50 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹੈ, ਰਕਮ ਆ ਜਿਹੜੀ ਕਿ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੀ ਰੂਪ ਸਜਾਵਟ ਦੇ ਲਈ, ਰੈਨੋਵੇਸ਼ਨ ਦੇ ਲਈ ਵਰਤੀ ਗਈ ਹੈ। ਸੋ ਜਦੋਂ ਇੰਨੇ ਪੈਸੇ ਵਰਤ ਲਏ ਗਏ ਤੇ ਫਿਰ ਸ਼ਰੀਕਾਂ ਨੇ ਰੌਲਾ ਵੀ ਪਾਇਆ। ਉਹ ਕਹਿੰਦੇ ਘਰ ਭਾਵੇਂ ਸਰਕਾਰੀ ਆ, ਤੇ ਪਰ ਗੱਲ ਇਹ ਵੀ ਇੰਨੇ ਪੈਸੇ ਬਰਬਾਦ ਕਰਨ ਦੀ ਲੋੜ ਕੀ ਸੀ? ਕਿਹੜੇ ਕਾਰਨ ਆ ਜਿਹਦੇ ਕਰਕੇ ਇੰਨੇ ਪੈਸੇ ਬਰਬਾਦ ਕੀਤੇ, ਸਾਨੂੰ ਦੱਸੋ। ਉਹ ਕਹਿੰਦੇ ਵੀ ਜੇਕਰ ਤੁਸੀਂ ਰੈਨੋਵੇਸ਼ਨ ਕਰਨੀ ਵੀ ਸੀ ਤਾਂ ਜਿੰਨੇ ਕੁ ਦੀ ਜ਼ਰੂਰਤ ਸੀ ਓਨੇ ਦੀ ਕਰ ਲੈਣੀ ਸੀ, ਪਰ ਤੁਸੀਂ ਲੋਕਾਂ ਦੇ ਪੈਸੇ ਬਰਬਾਦ ਕਿਵੇਂ ਕੀਤੇ ਆ? 50 ਕਰੋੜ ਰੁਪਏ ਦੇ ਵਿੱਚ ਤਾਂ ਜਿੱਥੇ ਮਰਜ਼ੀ ਬੰਗਲਾ ਲੈ ਲਓ ਦਿੱਲੀ ਦੇ ਵਿੱਚ, ਤੁਸੀਂ ਰੈਨੋਵੇਸ਼ਨ ਦੇ ਉੱਤੇ ਲਾਤੇ। ਸੋ ਹੁਣ CBI ਦੇ ਵੱਲੋਂ ਰੈਨੋਵੇਸ਼ਨ ਦੇ ਇਸ ਕੰਮ ਦੀ ਪੜਤਾਲ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਵੀ ਇਹ ਪੈਸੇ ਕਿੱਥੋਂ ਆਏ, ਕਿੱਥੋਂ ਕਿੱਥੋਂ ਚੀਜ਼ਾਂ ਲਈਆਂ, ਇੰਨੀ ਚੀਜ਼ ਲੈਣੀ ਕੀ ਜ਼ਰੂਰੀ ਸੀ, ਵਸੀਲੇ ਕੀ ਆ, ਦਿੱਲੀ ਦੇ ਲੋਕਾਂ ਦੇ ਪੈਸੇ ਨੂੰ ਕਿਵੇਂ ਬਰਬਾਦ ਕੀਤਾ ਗਿਆ। ਸੋ ਇਸ ਤਰੀਕੇ ਦੇ ਨਾਲ ਪਤਾ ਲੱਗਾ ਵੀ ਇਸ ਰੈਨੋਵੇਸ਼ਨ ਦੇ ਕੰਮ ਦੀ ਪੜਤਾਲ ਆ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ। ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇੱਕ ਇਹ ਆ ਵੀ ਇਸ ਮਾਮਲੇ ਦੇ ਵਿੱਚ ਇਹ ਜਾਣਕਾਰੀ ਮਿਲੀ ਆ ਬਈ ਆਮ ਆਦਮੀ ਪਾਰਟੀ ਨੇ ਕਿਹਾ ਕਿ BJP ਰਾਜਨੀਤੀ ਕਰ ਰਹੀ ਹੈ, ਸਾਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। BJP ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਜੋ ਪਹਿਲਾਂ ਵਿਜੀਲੈਂਸ ਨੇ ਪੜਤਾਲ ਕੀਤੀ ਉਹਦਾ ਵੇਰਵਾ CBI ਨੂੰ ਸੌਂਪਿਆ। CBI ਦੇ ਵੱਲੋਂ ਆਪਣੇ ਤੌਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਸਾਡਾ ਇਹਦੇ 'ਚ ਯੋਗਦਾਨ ਕੋਈ ਨਹੀਂ ਗਾ। ਤੁਸੀਂ ਕਹਿੰਦੇ ਸੀ ਅਸੀਂ ਆਮ ਆਦਮੀ ਵਾਲੇ ਹਾਂ,
ਤੁਹਾਡੀਆਂ ਕਰਤੂਤਾਂ ਦੇਖ ਲਓ, ਹਾਲਾਤ ਵੇਖ ਲਓ, ਕੀ ਇਹ ਆਮ ਆਦਮੀ ਵਾਲੇ ਆ ਜਾਂ ਫਿਰ ਇਹ ਆਪਦੀ ਮਸਤੀ ਮਾਰਨ ਦੇ ਲਈ ਜਾਂ ਆਪਦੇ ਟੌਰ ਟੱਪੇ ਦੇ ਲਈ ਤੁਸੀਂ ਸਾਰਾ ਕੁਝ ਕਰ ਰਹੇ ਹੋ ਜੀ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨਾ ਹੀ ਜੀ। ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਧੰਨਵਾਦ।